ਲੰਮਾ ਸਮਾਂ ਗੁਜ਼ਰਿਆ ਸੀ ਕਿਸਾਨੀ ਅੰਦੋਲਨ ਨੂੰ ਗੈਪ ਪਿਆ ਤੇ ਉਸ ਤੋਂ ਬਾਅਦ ਹੁਣ ਇੱਕ ਵਾਰ ਫੇਰ ਨਾਮ ਦਿੱਤਾ ਜਾ ਰਿਹਾ ਹੈ ਕਿ ਕਿਸਾਨੀ ਅੰਦੋਲਨ ਦਾ ਪਾਰਟ 2 ਕੱਲ੍ਹ ਤੋਂ ਸ਼ੁਰੂ ਹੋਣ ਜਾ ਰਿਹਾ। नहीं ये पार्ट 2 है। एक तो पार्ट 2 ये आप कह सकते हैं क्योंकि शताब्दी दे बना रहे हैं 26 तरीक को असीं प्रोग्राम शुरू किया तो असीं इहनूं लक्की डेट समझते हैं जित्तिया सी अंदोलन। इहनूं पार्ट 2 के लॉ तौर पर लैंदे हैं क्योंकि कई मंगां उत्थे रह गईयां सीगीआं ते ओह एक फौज जदों लड़दी हुंदी है एक थक्की हुई फौज नाल जिੱਤ हासिल नहीं की जा सकती। समा पै के C2+ 50% ਤੇ ਹੋਊਗੀ जब तक स्वामीनाथन रिपोर्ट नहीं मिलती तो उत्ते MSP ਦਿੱਤੀ नहीं जाती। अलग-अलग स्टेट ਦੇ ਵਿੱਚ अलग-अलग फसलां ਉਸ ਦੇ ਵਿੱਚ ਹੋਰ ਜਿਹੜੀਆਂ ਮੰਗਾਂ ਨੇ ਮੁੱਖ ਉਹ ਵੀ ਜੋੜੀਆਂ ਗਈਆਂ ਨੇ। ਫਿਰ ਚਾਹੇ ਪੈਨਸ਼ਨ ਨੂੰ ਲੈ ਕੇ ਹੋਵੇ ਕਿਸਾਨਾਂ ਦੀ ਜਾਂ ਫਿਰ ਕਰਜ਼ਾ ਪੂਰਨ ਤੌਰ ਤੇ ਪੂਰੇ ਦੇਸ਼ ਭਰ ਦੇ ਕਿਸਾਨਾਂ ਦਾ ਕਰਜ਼ਾ ਮਾਫੀ ਦੀ ਗੱਲ ਹੋਵੇ, ਕੀ ਤੁਹਾਨੂੰ ਲੱਗਦਾ ਕਿ ਸੰਭਵ ਹੋਵੇਗਾ? ਪਹਿਲਾਂ ਸੰਘਰਸ਼ ਲਿਖਿਆ ਸੀ, ਲੋਕਾਂ ਨੇ ਵੀ ਸਾਥ ਦਿੱਤਾ ਸੀ, ਪਰ ਹੁਣ ਲੋਕ ਵੀ ਸਵਾਲ ਜ਼ਰੂਰ ਖੜੇ ਕਰ ਰਹੇ। ਹਰ ਗੱਲ ਨਹੀਂ ਹੁੰਦੀ ਜਥੇਬੰਦੀਆਂ ਸਹੀ ਕਰਦੀਆਂ, ਲੋਕਾਂ ਤੋਂ ਬਗੈਰ ਕੁਝ ਨਹੀਂ ਹੁੰਦਾ। ਜੇ ਜਥੇਬੰਦੀ ਇੱਕ ਹੋਵੇ ਬੇਸ਼ੱਕ 32 ਹੁਣ ਪਤਾ ਬੇਸ਼ੱਕ SK ਪਾਣੀਆਂ ਲਈ ਜਾਂ ਇੱਥੇ ਦੀ ਡਿਵਰਸੀਫਿਕੇਸ਼ਨ ਲਈ ਜਾਂ ਇੱਥੇ ਝੋਨਾ ਬੰਦ ਕਰਾਉਣ ਲਈ ਜਾਂ ਹੋਰ ਫਸਲਾਂ ਲਾਉਣ ਲਈ ਜਿਹੜੇ ਵੀ ਪ੍ਰੋਗਰਾਮਸ ਦੇ ਵਿੱਚ ਅਸੀਂ ਲੜਾਈ ਲੜਾਂਗੇ, ਅਸੀਂ ਲੜਨ ਦੇ ਸਮਰੱਥ ਹੈਗੇ ਹਾਂ। ਜਿਹੜੀਆਂ ਜਥੇਬੰਦੀਆਂ ਅਲੱਗ ਹੋ ਕੇ ਆਪਣਾ ਅਲੱਗ ਪ੍ਰੋਗਰਾਮ ਦੇ ਵੀ ਰਹੀਆਂ ਨੇ ਤਾਂ ਉਹ 'ਚ ਮਾੜਾ ਕੀ ਹੈ? ਨਿਊਜ਼ ਓਨਲੀ ਤੁਸੀਂ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਜਗਵਿੰਦਰ ਸਿੰਘ। ਪੰਜਾਬ ਦੇ ਵਿੱਚ ਲਗਾਤਾਰ ਕਿਸਾਨਾਂ ਦੇ ਧਰਨਿਆਂ ਦੀ ਗੱਲ ਕਰੀਏ ਜਾਂ ਫਿਰ ਕਿਸਾਨਾਂ ਦੇ ਵੱਡੇ ਐਲਾਨ ਜਾਂ ਸੰਘਰਸ਼ ਦੀ ਗੱਲ ਕਰੀਏ ਤਾਂ ਲਗਾਤਾਰ ਕਿਸਾਨਾਂ ਦੇ ਵੱਲੋਂ ਧਰਨਿਆਂ ਦਾ ਐਲਾਨ ਵੀ ਕੀਤਾ ਜਾ ਰਿਹਾ, ਤਾਂ ਉੱਥੇ ਹੀ ਵੱਡੀਆਂ ਰਣਨੀਤੀਆਂ ਨੇ ਜਿਹੜੀਆਂ ਕਿਸਾਨਾਂ ਦੇ ਵੱਲੋਂ ਉਹ ਵੀ ਉਲੀਕੀਆਂ ਜਾ ਰਹੀਆਂ ਨੇ। ਪਰ ਕਹਿੰਦੇ ਨੇ ਜਦੋਂ ਸਿਆਸਤ ਦੇ ਵਿੱਚ ਪੈਰ ਆ ਜਾਵੇ ਤਾਂ ਫਿਰ ਪਾੜ ਜਿਹੜਾ ਜ਼ਰੂਰ ਦੇਖਣ ਨੂੰ ਮਿਲਦਾ ਅਤੇ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਪੰਜਾਬ ਦੇ ਵਿੱਚ ਵੀ ਜਿਹੜਾ ਕਿਸਾਨ ਜਥੇਬੰਦੀਆਂ ਸੀ ਹੁਣ ਕਿਤੇ ਨਾ ਕਿਤੇ ਲੱਕ ਵੀ ਨਜ਼ਰ ਆ ਰਹੀਆਂ ਨੇ। ਤੇ ਅੱਜ ਵੀ ਗੁਰਦੁਆਰਾ ਅੰਮ੍ਰਿਤਸਰ ਮੋਹਾਲੀ ਦੇ ਵਿਖੇ ਮੌਜੂਦ ਹਾਂ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਜਥੇਬੰਦੀਆਂ ਦੇ ਵੱਲੋਂ ਇਹ ਮੀਟਿੰਗ ਵੀ ਕੀਤੀ ਗਈ ਆ, ਰਣਨੀਤੀਆਂ ਵੀ ਉਲੀਕੀਆਂ ਗਈਆਂ ਨੇ। ਵਾਰਤਾਲਾਪ ਜਿਹੜੀ ਕਰਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਕਿਸਾਨ ਆਗੂ ਹਰਮੀਤ ਸਿੰਘ ਕਾਦੀਆ ਮੌਜੂਦ ਨੇ। ਕਾਦੀਆ ਸਾਹਿਬ ਸਵਾਗਤ ਹੈ ਨਿਊਜ਼ ਓਨਲੀ ਤੇ ਸਭ ਤੋਂ ਪਹਿਲਾ ਸਵਾਲ ਤਾਂ ਮੇਰਾ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਲੰਮਾ ਸਮਾਂ ਗੁਜ਼ਰਿਆ ਸੀ ਕਿਸਾਨੀ ਅੰਦੋਲਨ ਨੂੰ ਗੈਪ ਪਿਆ ਤੇ ਉਸ ਤੋਂ ਬਾਅਦ ਹੁਣ ਇੱਕ ਵਾਰ ਫੇਰ ਨਾਮ ਦਿੱਤਾ ਜਾ ਰਿਹਾ ਹੈ ਕਿ ਕਿਸਾਨੀ ਅੰਦੋਲਨ ਦਾ ਪਾਰਟ 2 ਕੱਲ੍ਹ ਤੋਂ ਸ਼ੁਰੂ ਹੋਣ ਜਾ ਰਿਹਾ। ਸੰਖੇਪ ਦੇ ਵਿੱਚ ਜੇ ਮੈਂ ਪੁੱਛਾਂ ਕਿ ਵਾਕਿਆ ਦੇ ਵਿੱਚ ਪਾਰਟ 2 ਆ ਜਾਂ ਫਿਰ ਸਿਰਫ ਇੱਕ ਪ੍ਰੋਗਰਾਮ ਲਿਖਿਆ ਗਿਆ? नहीं ये पार्ट 2 है। एक तो पार्ट 2 ये आप कह सकते हैं क्योंकि शताब्दी दे बना रहे हैं 26 तरीक को असीं प्रोग्राम शुरू किया तो असीं इहनूं लक्की डेट समझते हैं जित्तिया सी अंदोलन। तो उस दिन वरेगंढ मनाउंदे होए सी पिछला जिहड़ा समीखण करना हुंदा कित्थे आपां गलतियां कीतियां कित्थे आपां सही ਚੱਲੇ तो ਉਹਦਾ ਸਮੀਖਿਆ ਅੱਜ ਹੋਈ ਇੱਥੇ ਅੰਬ ਸਾਹਿਬ ਗੁਰਦੁਆਰੇ ਦੇ ਵਿੱਚ। ਤੇ ਇਹਨੂੰ ਪਾਰਟ 2 ਦੇ ਲੌ ਤੌਰ ਤੇ ਲੈਂਦੇ ਹਾਂ ਕਿਉਂਕਿ ਕਈ ਮੰਗਾਂ ਉੱਥੇ ਰਹਿ ਗਈਆਂ ਸੀਗੀਆਂ ਤੇ ਉਹ ਇੱਕ ਫੌਜ ਜਦੋਂ ਲੜਦੀ ਹੁੰਦੀ ਹੈ ਇੱਕ ਥੱਕੀ ਹੋਈ ਫੌਜ ਨਾਲ ਜਿੱਤ ਹਾਸਲ ਨਹੀਂ ਕੀਤੀ ਜਾ ਸਕਦੀ। ਸਮਾਂ ਪੈ ਕੇ ਜਿਹੜੇ 3 ਕਾਨੂੰਨ ਅਸੀਂ ਮਾਫ ਕਰਾਏ ਸੀ, ਬਿਜਲੀ ਦਾ ਬਿੱਲ ਮਾਫ ਕਰਾਇਆ ਸੀ ਤੇ ਨਾਲ ਪਰਾਲੀ ਦਾ ਐਕਟ ਜਿਹੜਾ 2 ਕਰੋੜ ਪਰਾਲੀ ਨੂੰ ਅੱਗ ਲਾਉਣ ਤੇ ਜੁਰਮਾਨਾ ਦੇ ਸੀ ਉਹ ਐਕਟ ਕਰਾਇਆ ਸੀ, ਉਹ 5 ਤੇ ਅਸੀਂ ਸਹਿਮਤ ਕਰ ਲਈ ਸੀ ਸਰਕਾਰ। ਤੇ ਉਸ ਤੋਂ ਬਾਅਦ ਜਦੋਂ ਆਏ ਆ ਤੇ ਇੱਕ ਕਰਜ਼ਾ ਜਿਹੜਾ ਹੁਣ ਸੈਂਟਰਲਾਈਜ਼ ਮੀਟਿੰਗ ਨਾਲ ਹੋਇਆ ਸਕੀਮ ਦੀ ਮੀਟਿੰਗ ਦੇ ਵਿੱਚ ਵੀ ਕਰਜ਼ਾ ਵਾ ਇਹ ਸਾਰੇ ਪੱਖੀ ਆ। ਜੇ ਇਹ ਕਸ਼ਮੀਰ ਦੇ ਕਿਸਾਨ ਦਾ ਦੇਖੀਏ ਸੇਬ ਦੇ ਵੀ ਕਰਜ਼ਾ ਵਾ, ਬੇਸ਼ੱਕ ਮਸਾਲਿਆਂ ਉੱਤੇ ਕੇਰਲਾ ਦੇਖੀਏ ਉੱਥੇ ਵੀ ਕਰਜ਼ਾ। ਤਾਂ ਇਸ ਕਰਕੇ ਕਰਜ਼ੇ ਦੀ ਇੱਕ ਸਾਂਝੀ ਮੁਹਿੰਮ ਬਣੀ ਆ ਵੀ ਕਰਜ਼ਾ ਮੁਕਤ ਹੋਣ ਤੋਂ ਬਾਅਦ ਹੀ ਕਿਸਾਨ ਅਗਲੇ ਸਟੈਪ ਅਗਲੀ ਕੰਟਰੀ ਨਾਲ ਕਦਮ ਨਾਲ ਕਦਮ ਲਾ ਕੇ ਚੱਲ ਸਕਦਾ। ਦੂਜਾ ਜੇ ਕਰਜ਼ੇ ਨੂੰ ਮੁਕਤ ਕਰਨਾ, ਪਿਛਲਾ ਕਰਜ਼ਾ ਮੁਕਤ ਕਰਨਾ ਤਾਂ ਸਰਵਾਈਵ ਕਿਵੇਂ ਕਰੂਗਾ? ਅਗਲਾ ਸਰਵਾਈਵੇਸ਼ਨ ਉਹਦੀ C2+ 50% ਤੇ ਹੋਊਗੀ ਜਦ ਤੱਕ स्वामीनाथन ਰਿਪੋਰਟ ਨਹੀਂ ਮਿਲਦੀ ਤੇ ਉੱਤੇ MSP ਦਿੱਤੀ ਨਹੀਂ ਜਾਂਦੀ। ਅਲੱਗ-ਅਲੱਗ ਸਟੇਟ ਦੇ ਵਿੱਚ ਅਲੱਗ-ਅਲੱਗ ਫਸਲਾਂ ਨੇ, ਅਲੱਗ-ਅਲੱਗ ਤਰੀਕੇ ਨਾਲ ਉਹਦੀ ਮੈਨੇਜ ਹੋਊਗਾ। ਸੈਂਟਰਲ ਗੌਰਮੈਂਟ ਨੂੰ ਅੱਗੇ ਆ ਕੇ स्वामीनाथन ਰਿਪੋਰਟ ਲਾਗੂ ਕਰਨੀ ਚਾਹੀਦੀ ਹੈ, ਨਾਲ ਦੀ ਨਾਲ ਉੱਤੇ MSP ਲਾਗੂ ਕਰਕੇ ਕਿਸਾਨ ਨੂੰ ਕਰਜ਼ਾ ਮੁਕਤ ਕਰਕੇ ਉਸ ਤੋਂ ਬਾਅਦ ਪੈਰਾਂ 'ਤੇ ਕਰਨਾ ਚਾਹੀਦਾ। ਤਾਂ ਹੀ ਜੇ ਕਿਸਾਨ ਪੈਰਾਂ 'ਤੇ ਹੋਊਗਾ ਤਾਂ ਦੇਸ਼ ਨਾਲ ਤਰੱਕੀ ਦੇ ਵਿੱਚ ਕਦਮ ਨਾਲ ਕਦਮ ਲਾ ਕੇ ਚੱਲੂਗਾ। ਕਾਦੀਆ ਸਾਹਿਬ ਤੁਸੀਂ ਜ਼ਿਕਰ ਕੀਤਾ ਜਿਹੜੀ ਅੱਜ ਵੀ ਇੱਥੇ ਮੀਟਿੰਗ ਹੋਈ ਆ ਉਸ ਦੇ ਵਿੱਚ ਹੋਰ ਜਿਹੜੀਆਂ ਮੰਗਾਂ ਨੇ ਮੁੱਖ ਉਹ ਵੀ ਜੋੜੀਆਂ ਗਈਆਂ ਨੇ। ਫਿਰ ਚਾਹੇ ਪੈਨਸ਼ਨ ਨੂੰ ਲੈ ਕੇ ਹੋਵੇ ਕਿਸਾਨਾਂ ਦੀ ਜਾਂ ਫਿਰ ਕਰਜ਼ਾ ਪੂਰਨ ਤੌਰ ਤੇ ਪੂਰੇ ਦੇਸ਼ ਭਰ ਦੇ ਕਿਸਾਨਾਂ ਦਾ ਕਰਜ਼ਾ ਮਾਫੀ ਦੀ ਗੱਲ ਹੋਵੇ, ਕੀ ਤੁਹਾਨੂੰ ਲੱਗਦਾ ਕਿ ਸੰਭਵ ਹੋਵੇਗਾ? ਕਿਉਂਕਿ ਮੈਂ ਸਵਾਲ ਇਸ ਕਰਕੇ ਕਰ ਰਿਹਾ ਕਿਉਂਕਿ ਜਦੋਂ ਪਹਿਲਾਂ ਸੰਘਰਸ਼ ਲਿਖਿਆ ਸੀ ਲੋਕਾਂ ਨੇ ਵੀ ਸਾਥ ਦਿੱਤਾ ਸੀ, ਪਰ ਹੁਣ ਲੋਕ ਵੀ ਸਵਾਲ ਜ਼ਰੂਰ ਖੜੇ ਕਰ ਰਹੇ ਨੇ। ਨਹੀਂ, ਲੋਕਾਂ ਦਾ ਸਵਾਲ ਜਿਹੜਾ ਪਿਛਲੇ ਸਮੇਂ 10-15 ਦਿਨ ਨਿਕਲਿਆ ਉਹਦੇ ਵਿੱਚ ਸਵਾਲ ਖੜੇ ਹੋਏ ਆ। ਉਹਦੇ ਵਿੱਚ ਸਵਾਲ ਖੜੇ ਹੋਣਾ ਲਾਜ਼ਮੀ ਵੀ ਹੁੰਦਾ। ਕਈ ਵਾਰੀ ਹਰ ਗੱਲ ਨਹੀਂ ਹੁੰਦੀ ਜਥੇਬੰਦੀਆਂ ਸਹੀ ਕਰਦੀਆਂ ਹੁੰਦੀਆਂ, ਕਿਤੇ ਨਾ ਕਿਤੇ ਸਾਡੇ ਤੋਂ ਵੀ ਗਲਤੀਆਂ ਹੋ ਜਾਂਦੀਆਂ ਹੁੰਦੀਆਂ। ਤੇ ਦੂਜੀ ਜਿਹੜੀ ਲੋਕਾਂ ਦੀ ਲਹਿਰ ਬਣਾਉਣੀ, ਲੋਕਾਂ ਨੂੰ ਨਾਲ ਲੈ ਕੇ ਚੱਲਣਾ, ਇਹ ਤੋਂ ਬਗੈਰ ਤਾਂ ਕਦੇ ਅੰਦੋਲਨ ਜਿੱਤੇ ਨਹੀਂ ਜਾ ਸਕਦੇ। ਲੋਕਾਂ ਤੋਂ ਬਗੈਰ ਕੁਝ ਨਹੀਂ ਹੁੰਦਾ। ਜੇ ਜਥੇਬੰਦੀ ਇੱਕ ਹੋਵੇ ਬੇਸ਼ੱਕ 32 ਹੁਣ ਪਤਾ ਬੇਸ਼ੱਕ SK ਹੋਵੇ, ਲੋਕ ਲਹਿਰ ਹੀ ਬਣਾਉਣੀ ਪੈਂਦੀ ਹੈ, ਲੋਕਾਂ ਨੂੰ ਸਮਝਾਉਣਾ ਪੈਂਦਾ। ਜਿਹੜੀ ਲੋਕ ਲਹਿਰ ਦੇ ਵਿੱਚ ਸ਼ਾਮਲ ਨੇ ਉਹਦੇ 'ਚ ਮੈਂ ਇਹ ਸਮਝਦਾ ਕਿਤੇ ਨਾ ਕਿਤੇ ਸਿਆਸਤ ਵਾਲੇ ਵੀ ਸਾਨੂੰ ਤੋੜਨ ਦੀ ਕੋਸ਼ਿਸ਼ ਕਰਦੇ ਆ, ਅਲੱਗ-ਅਲੱਗ ਤਰੀਕੇ ਨਾਲ ਉਹ ਤੋੜਨ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਨੂੰ ਡਿਵਾਈਡੇਸ਼ਨ 'ਤੇ ਦਿਖਾਉਂਦੇ ਆ ਵੀ ਲੋਕ ਇਹਨਾਂ ਨਾਲ ਜੁੜਨ, ਕਿਉਂਕਿ ਜੇ ਇਹ ਜੁੜ ਗਏ ਤਾਂ ਆਪਣੇ ਹੱਕ ਮੰਗਣਗੇ। ਤੇ ਇਹ ਚੀਜ਼ਾਂ ਚੱਲ ਰਹੀਆਂ ਨੇ, ਇਹ ਸਮਾਂ ਵਾ, ਇਹ ਮੈਂ ਤੁਹਾਡੇ ਨਾਲ ਵਾਅਦਾ ਕਰਦਾ
ਤਾਂ ਵੀ ਕੁਛ ਦੇਰ 'ਚ ਹੀ ਸਮਾਂ ਖਤਮ ਹੋ ਜਾਊਗਾ। ਜੇ ਚੰਗੇ ਦਿਨ ਨਹੀਂ ਰਹੇ ਤਾਂ ਮਾੜੇ ਦਿਨ ਵੀ ਨਹੀਂ ਰਹਿਣਗੇ। ਲੋਕ ਸਮਝਣਗੇ ਵੀ ਕਿਹੜੇ ਲੋਕ ਲੜਨ ਵਾਲੇ ਆ ਤੇ ਕਿਹੜੇ ਲੋਕ ਸਿਆਸਤ ਕਰਨ ਵਾਲੇ। ਕਾਦੀਆਂ ਸਾਹਿਬ, ਜਦੋਂ ਦਿੱਲੀ ਦੇ ਵਿੱਚ ਕਿਸਾਨ ਉੱਥੇ ਪਹੁੰਚੇ ਸਨ ਤਾਂ ਉਦੋਂ ਵੀ ਲੋਕਾਂ ਦਾ ਬਹੁਤ ਵੱਡਾ ਸਾਥ ਮਿਲਿਆ ਸੀ, ਫਿਰ ਚਾਹੇ ਪੰਜਾਬ ਦੇ ਹੋਣ, ਹਰਿਆਣਾ ਦੇ ਹੋਣ, ਜਾਂ ਫਿਰ ਬੇਸ਼ੱਕ ਦਿੱਲੀ ਦੇ ਹੋਣ, ਜਾਂ ਫਿਰ ਬਾਕੀ ਸੂਬਿਆਂ ਦੇ ਜਿਹੜੇ ਉੱਥੇ ਆ ਕੇ ਸ਼ਾਮਲ ਹੋਏ ਅੰਦੋਲਨ ਦੇ ਵਿੱਚ। ਜੇਕਰ ਅੱਜ ਸੰਯੁਕਤ ਕਿਸਾਨ ਮੋਰਚੇ ਨੇ ਕਾਲ ਦਿੱਤੀ ਸੀ ਪ੍ਰੋਗਰਾਮ ਦੀ 26 ਨਵੰਬਰ ਨੂੰ, ਉਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਤੁਸੀਂ ਅੱਜ ਮੀਟਿੰਗ ਰੱਖੀ ਆ, ਵਾਕਿਆ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਜਿਵੇਂ ਪਹਿਲਾਂ ਕਿਸਾਨ ਜਥੇਬੰਦੀਆਂ ਇੱਕ ਸੀ, ਕਿ ਅੱਜ ਵੀ ਇੱਕ ਨੇ? ਬਿਲਕੁਲ, ਅੱਜ ਵੀ ਇੱਕ ਆ ਸੰਯੁਕਤ ਕਿਸਾਨ ਮੋਰਚਾ। 26 ਤਰੀਕ ਨੂੰ ਇੱਥੋਂ ਆਪਾਂ ਪੰਜਾਬ ਤੋਂ ਤੁਰੇ ਸੀ, ਆਪਾਂ 26 ਤਰੀਕ ਨੂੰ ਦਿੱਲੀ ਦੇ ਵੱਲ ਚੱਲਣ ਦਾ ਹੋਕਾ ਦਿੱਤਾ ਸੀ ਤੇ ਉਹੀ ਤਰੀਕ ਆ। ਉਹੀ ਤਰੀਕ ਦੇ ਵਿੱਚ ਦੁਬਾਰਾ ਤੁਹਾਨੂੰ ਇੱਕ ਸਟੇਜ ਤੇ ਸਾਰੇ ਖੜੇ ਦਿਖੇ ਨੇ। ਕੱਲ ਆਪਣੀ ਉਹ ਵਰ੍ਹੇਗੰਢ ਵੀ ਮਨਾਉਣਗੇ ਤੇ ਰਹਿੰਦੀਆਂ ਮੰਗਾਂ ਗਵਰਨਰ ਨੂੰ ਮੰਗ ਪੱਤਰ ਵੀ ਦੇਣਗੇ। ਕਾਦੀਆਂ ਸਾਹਿਬ, ਇੱਕ ਤੁਸੀਂ ਜ਼ਿਕਰ ਕੀਤਾ ਕਿ ਕੱਲ ਨੂੰ ਉਹ ਜਥੇਬੰਦੀਆਂ ਹੋਣਗੀਆਂ, ਫਿਰ ਚਾਹੇ ਆਪਾਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ, ਉਸ ਤੋਂ ਪਹਿਲਾਂ ਵੱਖ ਕਿਤੇ ਨਾ ਕਿਤੇ ਕਹਿ ਲਈਏ ਕਿ ਪੱਖਪਾਤ ਵੀ ਨਜ਼ਰ ਆਏ ਸੀ। ਸੋਚਾਂ ਦੇ ਵਿੱਚ ਵੀ, ਸੋਚ ਵਿਚਾਰਾਂ ਦੇ ਵਿੱਚ ਵੀ ਜ਼ਰੂਰ ਉਹ ਪੱਖਪਾਤ ਨਜ਼ਰ ਆਏ ਸੀ। ਕਾਫੀ ਲੰਮਾ ਸਮਾਂ ਹੋ ਚੱਲਿਆ, ਚੋਣਾਂ ਨੂੰ ਵੀ 6 ਤੋਂ ਵੱਧ ਮਹੀਨਿਆਂ ਦਾ ਸਮਾਂ ਹੋ ਚੁੱਕਿਆ। ਤੁਹਾਨੂੰ ਲੱਗਦਾ ਕਿ ਜੇਕਰ ਇੱਕ ਹੋਣਾ ਹੁੰਦਾ ਤਾਂ ਹੁਣ ਤੱਕ ਹੋ ਸਕਦੇ ਸੀ? ਨਹੀਂ, ਇੱਕ ਹੋਣਾ ਹੁੰਦਾ ਕੋਈ ਤਰੀਕ ਨਹੀਂ ਹੁੰਦੀ, ਨਾ ਕੋਈ ਪੰਡਤ ਹੁੰਦਾ ਵਾ ਉਹਦੇ ਵਾਸਤੇ। ਲੋੜ ਕਾਢ ਦੀ ਮਾਂ ਹੈ, ਜਦੋਂ ਲੋੜ ਪੈਂਦੀ ਹੈ ਸਭ ਇੱਕ ਹੁੰਦੇ ਨੇ। ਡਿਫਰੈਂਸਿਸ ਆਈਡੀਓਲੋਜੀ ਹੈਗੀਆਂ, ਅੱਜ ਵੀ ਹੈਗੀਆਂ। ਮੈਂ ਅੱਜ ਵੀ ਇੱਥੇ ਪ੍ਰੈਸ ਦੇ ਵਿੱਚ ਕਿਹਾ ਸੀ, ਜਦੋਂ ਗੱਲ ਹੋਣ ਲੱਗੀ ਕੋਈ ਪਾਣੀਆਂ ਦੀ ਗੱਲ, ਪੰਜਾਬ ਦੇ ਪਾਣੀਆਂ ਦੀ ਹੋਣ ਲੱਗੀ, ਕਿਉਂਕਿ ਅਸੀਂ ਸਟੈਂਡ ਲੈਂਦੇ ਹਾਂ ਪੰਜਾਬ ਦੇ ਪਾਣੀਆਂ ਦੀ। ਅੱਜ ਅਸੀਂ ਸਪੈਸੀਫਿਕੇਸ਼ਨ ਦਿੱਤਾ ਵੀ ਇਹ ਸੈਂਟਰਲ ਦਾ ਪ੍ਰੋਗਰਾਮ ਆ, SKM ਨੇ ਕੀਤਾ ਤੇ ਸਾਂਝੀਆਂ ਮੰਗਾਂ ਜਿਹੜੀਆਂ ਸੈਂਟਰ ਲੈਵਲ ਤੇ ਬਣੀਆਂ ਉਹਨਾਂ ਦੇ ਉੱਤੇ ਮੰਗ ਪੱਤਰ ਆ। ਜਿਹੜਾ ਆਪਣਾ ਪੰਜਾਬ ਦੀ ਲੜਾਈ ਆ ਅਲੱਗ, ਕਿਉਂਕਿ ਅਸੀਂ ਜੇ ਪੰਜਾਬ ਦੀ ਜਥੇਬੰਦੀਆਂ ਅਸੀਂ ਪੰਜਾਬ ਨੂੰ ਨੋਮੀਨੇਟ ਕਰਾਂਗੇ ਤਾਂ ਪੰਜਾਬ ਦੀ ਗੱਲ ਦੇ ਵਿੱਚ ਅਸੀਂ ਪਾਣੀਆਂ ਨਾਲ ਖੜੇ ਆ। ਅਸੀਂ ਆਪਣਾ ਪਾਣੀ ਨਹੀਂ ਬਾਹਰ ਜਾਣ ਦਿੰਦੇ। ਇਹ ਕਈ ਮੰਗਾਂ ਤੇ ਕਲੈਸ਼ ਹੋ ਜਾਂਦਾ, ਤਾਂ ਵੀ ਅਸੀਂ ਅੱਜ SKM ਦੇ ਵਿੱਚ ਆ। ਜੇ ਅੱਜ ਇਹਨਾਂ ਨੇ ਨਹੀਂ ਵੀ ਸਾਡੀ ਮੰਗ ਰੱਖੀ, ਅਸੀਂ ਤਾਂ ਵੀ ਮਿਨੀਮਮ ਪ੍ਰੋਗਰਾਮ ਇੰਡੀਆ ਲੈਵਲ ਦੇ ਵਿੱਚ ਨਾਲ ਆ। ਤੇ ਕੱਲ੍ਹ ਨੂੰ ਪੰਜਾਬ ਦੀਆਂ ਮੰਗਾਂ ਤੇ ਜੇ ਨਾ SKM ਸਾਡੇ ਨਾਲ ਖੜਦੀ ਤਾਂ ਅਸੀਂ ਆਪਣੇ ਪਾਣੀਆਂ ਲਈ ਜਾਂ ਇੱਥੇ ਦੀ ਡਿਵਰਸੀਫਿਕੇਸ਼ਨ ਲਈ ਜਾਂ ਇੱਥੇ ਝੋਨਾ ਬੰਦ ਕਰਾਉਣ ਲਈ ਜਾਂ ਹੋਰ ਫਸਲਾਂ ਲਾਉਣ ਲਈ ਜਿਹੜੇ ਵੀ ਪ੍ਰੋਗਰਾਮਸ ਦੇ ਵਿੱਚ ਅਸੀਂ ਲੜਾਈ ਲੜਾਂਗੇ, ਅਸੀਂ ਲੜਨ ਦੇ ਸਮਰੱਥ ਹੈਗੇ ਆ ਤੇ ਉਹ ਲੜਨ ਦੀ ਕੋਸ਼ਿਸ਼ ਕਰਦੇ। ਜਿਹੜੀਆਂ ਜਥੇਬੰਦੀਆਂ ਅਲੱਗ ਹੋ ਕੇ ਆਪਣਾ ਅਲੱਗ ਪ੍ਰੋਗਰਾਮ ਦੇ ਵੀ ਰਹੀਆਂ ਨੇ ਤਾਂ ਉਹ 'ਚ ਮਾੜਾ ਕੀ ਆ? ਉਹ ਆਪਣੀ ਪੋਲਿਸੀਜ਼ ਦੇ ਅਕੋਰਡਿੰਗਲੀ ਦੇ ਰਹੀਆਂ ਨੇ। ਜਿਵੇਂ ਦੀ ਪੋਲਿਸੀਜ਼ ਉਹਨਾਂ ਦੀ ਹੈਗੀਆਂ, ਜਿਵੇਂ ਆਈਡੀਓਲੋਜੀ ਉਹਨਾਂ ਹੈਗੀਆਂ, ਉਹ ਦੇ ਰਹੀਆਂ ਨੇ। ਹਰ ਲੜਨ ਵਾਲੇ ਬੰਦੇ ਦੀ ਆਈਡੀਓਲੋਜੀ ਇੱਕ ਨਹੀਂ ਹੁੰਦੀ, ਹਰ ਲੜਨ ਵਾਲੇ ਬੰਦੇ ਦਾ ਤਰੀਕਾ ਇੱਕ ਨਹੀਂ ਹੁੰਦਾ। ਡਿਫਰੈਂਟ ਤਰੀਕੇ ਹੁੰਦੇ ਆ, ਡਿਫਰੈਂਟ ਲੜਾਈ ਦੇ ਅੱਗੇ ਮਾਧਿਅਮ ਆਉਂਦੇ ਆ। ਜਿੱਥੇ ਜਾ ਕੇ ਇੱਕ ਹੋਣਾ, ਜਿੱਥੇ ਵੱਡੀ ਆਪਾਂ ਲੈਵਲ ਤੇ ਕਹਿ ਦਿੰਦੇ ਆ ਵੀ ਆਪਣਾ ਏਕਾ ਬਣ ਜਾਂਦੀ ਆ, ਮਿਨੀਮਮ ਪ੍ਰੋਗਰਾਮ ਕਹਿੰਦੇ ਆ। ਹਮੇਸ਼ਾ ਤੁਹਾਨੂੰ ਜਦੋਂ ਵੀ ਅਸੀਂ ਬਿਆਨ ਦਿੰਦੇ ਸੀ, ਮੇਰੇ ਪੱਖੋਂ ਤਾਂ ਕਦੀ ਨਹੀਂ ਕਿਹਾ ਗਿਆ ਸੀ, ਇਹੀ ਕਹਿੰਦੇ ਰਹੇ ਆ ਵੀ ਮਿਨੀਮਮ ਪ੍ਰੋਗਰਾਮ ਤੇ ਇਕੱਠੇ ਆ। ਜਿਹੜਾ ਮਿਨੀਮਮ ਪ੍ਰੋਗਰਾਮ ਆ ਉਹ ਸਾਡਾ ਇਹ ਆ, ਬਾਕੀ ਪ੍ਰੋਗਰਾਮ ਅਲੱਗ-ਅਲੱਗ ਹੈਗੇ ਆ, ਚੱਲ ਰਹੇ ਨੇ। ਕਾਦੀਆਂ ਸਾਹਿਬ, ਤੁਸੀਂ ਇਹ ਵੀ ਕਿਹਾ ਕਿ ਜੋ ਕਿ ਸੱਚਾਈ ਆ ਕਿ ਵੱਖ-ਵੱਖ ਸੋਚ ਹੋ ਸਕਦੀ ਆ, ਤਰੀਕਾ ਵੱਖ-ਵੱਖ ਹੋ ਸਕਦਾ, ਪਰ ਜਥੇਬੰਦੀਆਂ ਤੁਸੀਂ ਕਿਹਾ ਕਿ ਜਦੋਂ ਸੈਂਟਰ ਦੀ ਵੱਡੀ ਲੜਾਈ ਆ ਤਾਂ ਇੱਕਾਂ ਸੀ, ਪਰ ਜਦੋਂ ਸਟੇਟ ਦੀ ਲੜਾਈ ਆ ਤਾਂ ਉਦੋਂ ਵੱਖਰੇ ਆਪਣੇ ਜਥੇਬੰਦੀਆਂ ਪ੍ਰੋਗਰਾਮ ਦੇ ਸਕਦੀਆਂ ਨੇ। ਪਰ ਤੁਹਾਨੂੰ ਨਹੀਂ ਲੱਗਦਾ ਜੇਕਰ ਇੱਕ ਜਥੇਬੰਦੀ, ਇੱਕ ਬੈਨਰ ਦੇ ਹੇਠ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਸੈਂਟਰ ਨੂੰ ਹਰਾ ਸਕਦੀਆਂ ਨੇ, ਕਿ ਆਪਾਂ ਸਟੇਟ ਦੇ ਵਿੱਚ ਵੀ ਇਕੱਠੇ ਹੋ ਕੇ ਚੱਲੀਏ? ਕਿਉਂਕਿ ਸਵਾਲ ਇਸ ਕਰਕੇ ਵੀ ਬਣਦਾ ਕਿਉਂਕਿ ਲੋਕਾਂ ਦੇ ਮਾਈਂਡ ਦੇ ਵਿੱਚੋਂ ਨੈਗੇਟਿਵਿਟੀ ਜਾ ਰਹੀ ਹੈ। ਬਿਲਕੁਲ, ਤੁਹਾਡੀ ਗੱਲ ਠੀਕ ਆ। ਸਟੇਟ ਵਾਈਜ਼ ਜਿਹੜੀਆਂ ਮੰਗਾਂ ਹੋਣਗੀਆਂ ਉਹਦੇ ਤੇ ਵੀ ਵਿਚਾਰ ਹੋ ਰਿਹਾ। ਜਿੱਥੇ ਇਹ SKM ਦੀ ਆਪਾਂ ਗੱਲ ਕਰ ਰਹੇ ਹਾਂ ਤਾਂ ਮੈਂ ਇੱਕ ਦਾਇਰੇ ਦੇ ਵਿੱਚ ਰਹਿਣਾ, ਜਿਹੜੇ ਦਾਇਰੇ 'ਚ ਅੱਜ ਗੱਲ ਹੋ ਰਹੀ ਹੈ ਉਹਦੇ ਤੇ। ਜਿਹੜੀ ਤੁਸੀਂ ਗੱਲ ਕਰ ਰਹੇ ਹੋ ਵੀ ਸਟੇਟ ਪੱਖੀ, ਜਿਹੜੀਆਂ ਅੱਗੇ ਸਟੇਟ ਪੱਖੀ ਆਪਣੀਆਂ ਜਥੇਬੰਦੀਆਂ ਸੀਗੀਆਂ, ਕਾਫੀਆਂ ਮੰਗਾਂ ਆਪਾਂ ਸਟੇਟ ਪੱਖੀ ਇਕੱਠੀਆਂ ਰਲ ਕੇ ਲੜ ਕੇ ਜਿੱਤੀਆਂ ਸੀ। ਪਿੱਛੇ ਜੇ ਹੁਣ ਦੁੱਧ ਤੇ ਮੋਰਚਾ ਲਾਇਆ ਸੀ, ਅਸੀਂ ਉਹ ਰੇਟ ਲਿੱਤਾ। ਈਵਨ ਅਸੀਂ 6 ਮਹੀਨੇ CM ਸਾਹਿਬ ਤੋਂ, ਜਦੋਂ ਇਹ ਨਹੀਂ ਇਹਨਾਂ ਦਾ ਰਾਜ ਸੀ, 6 ਮਹੀਨੇ ਪੁਰਾਣਾ ਵੀ ਦੁੱਧ ਦਾ ਰੇਟ ਜਿਹੜਾ ਵਧਾ ਕੇ ਲਿੱਤਾ। ਤੇ ਉਹ ਅਸੀਂ ਜਥੇਬੰਦੀ ਲੜੀ, ਜਦੋਂ ਇਹ ਸਾਡੀਆਂ ਅਲੱਗ ਲੜੀਆਂ, ਸਾਡੀ ਸਾਥੀ ਜਥੇਬੰਦੀਆਂ ਸੀਗੀਆਂ ਨਾਲ। ਦੁੱਧਾ ਮੋਰਚਾ ਵੀ ਲੱਗਦਾ ਜਾਂ ਕਿਤੇ ਝੋਨਾ ਲਾਉਣ ਦਾ ਅੱਗੇ ਜਾਂ ਪਿੱਛੇ ਲਈ ਲੱਗਦਾ, ਜਾਂ ਪਰਾਲੀ ਲਈ ਸਾਡਾ ਕੇਸ ਹੁੰਦੇ ਨੇ ਤਾਂ ਉਹਨਾਂ ਤੇ ਸਾਡਾ ਲੱਗਦਾ। ਉਹ ਪੰਜਾਬ ਦੀ ਮੁਸ਼ਕਲਾਂ ਆ ਜਾਂਦੀਆਂ ਨੇ। ਪੰਜਾਬ ਦੀ ਮੁਸ਼ਕਲਾਂ ਲਈ ਇੱਕ ਅਲੱਗ ਜਥੇਬੰਦੀਆਂ ਹੈਗੀਆਂ ਜਿਹੜੀਆਂ ਸਟੇਟ ਵਾਈਜ਼ ਕੰਮ ਕਰਦੀਆਂ, ਜਿਹੜੀ ਸਟੇਟ ਪੱਖੀ ਗੱਲ ਵੀ ਕਰਦੀਆਂ ਨੇ। ਇਹ 'ਚ ਤਾਂ ਹੀ ਇੱਥੇ ਕੰਟਰੋਵਰਸ਼ੀਅਲ ਬਣਾਉਣਾ। ਇਹ ਇੱਕ SKM ਨਵਾਂ ਸਰੂਪ ਨਿਕਲ ਕੇ ਆਇਆ, ਇਹ 2 ਸਾਲ ਪੁਰਾਣਾ ਸਰੂਪ ਆ ਜਿਹੜਾ ਨਿਕਲ ਕੇ ਆਇਆ। ਜੇ 'ਚ ਕਾਮਰੇਡ ਜਥੇਬੰਦੀਆਂ ਵੀ ਸਾਡੇ ਨਾਲ ਲੜ ਰਹੀਆਂ ਨੇ, ਜਿੱਥੇ ਅਸੀਂ ਕਾਮਰੇਡਾਂ ਨਾਲ ਕਦੀ ਵੀ ਨਹੀਂ ਅੰਦੋਲਨ ਕੀਤਾ ਸੀਗਾ ਤੇ ਉਹ ਅੱਜ ਵੀ ਅਸੀਂ ਕਰ ਰਹੇ ਹਾਂ। ਤਾਂ ਇਹ ਮਿਨੀਮਮ ਪ੍ਰੋਗਰਾਮ ਨਾਲ ਨੇ। ਪਰ ਜਿੱਥੇ ਸਾਡੇ ਵਖੇਵੇਂ ਨੇ ਉਹ ਤਾਂ ਸਾਨੂੰ ਜ਼ਾਹਿਰ ਕਰਦੇ ਹੀ ਨੇ, ਪਰ ਉੱਥੇ ਅਲੱਗ ਲੜਨ ਨੂੰ ਸਾਡੇ ਫਿਰ ਜਿਹੜੇ ਅਸੀਂ ਰਹਿੰਦੇ ਆ, ਉਹ ਅਸੀਂ ਪੰਜਾਬ ਪੱਖੀ ਜਿਹੜੀ ਜਥੇਬੰਦੀਆਂ ਹੋਣਗੀਆਂ ਆਉਣ ਵਾਲੇ ਸਮੇਂ ਤੁਸੀਂ ਇਕੱਠੇ ਦੇਖੋਗੇ। ਕਾਦੀਆਂ ਸਾਹਿਬ, ਆਖਰੀ ਸਵਾਲ ਆ, ਜਿਸ ਤਰੀਕੇ ਦੇ ਨਾਲ ਅੱਜ ਇੱਥੇ ਇੱਕ ਮੀਟਿੰਗ ਵੀ ਹੋਈ ਆ, ਲੰਮਾ ਸਮਾਂ ਮੀਟਿੰਗ ਚੱਲੀ ਆ, ਉਸ ਤੋਂ ਬਾਅਦ ਇਹ ਐਲਾਨ ਵੀ ਹੋਇਆ ਕਿ ਕੱਲ੍ਹ ਨੂੰ ਜਿਹੜਾ ਇੱਕ ਮਾਰਚ ਕੱਢਿਆ ਜਾਵੇਗਾ, ਮੰਗ ਪੱਤਰ ਜਿਹੜਾ ਜ਼ਰੂਰ ਸੌਂਪਿਆ ਜਾਵੇਗਾ। ਜਿਸ ਤਰੀਕੇ ਦੀਆਂ ਅੱਜ ਐਡ ਆਨ ਕਰ ਦਿੱਤੀਆਂ ਗਈਆਂ ਮੰਗਾਂ, ਫਿਰ ਚਾਹੇ ਕਿਸਾਨੀ ਕਰਜ਼ੇ ਨੂੰ ਲੈ ਕੇ ਹੋਵੇ ਜਾਂ ਫਿਰ ਪੈਨਸ਼ਨ ਨੂੰ ਲੈ ਕੇ ਹੋਵੇ, ਕਿ 60 ਸਾਲ ਦੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਪੈਨਸ਼ਨ ਜਿਹੜੀ ਦਿੱਤੀ ਜਾਵੇ ਕੇਂਦਰ ਸਰਕਾਰ ਦੇ ਵੱਲੋਂ, ਕੀ ਤੁਹਾਨੂੰ ਲੱਗਦਾ ਕਿ ਇਹ ਸੰਭਵ ਹੋਵੇਗਾ? ਅਤੇ ਜੇਕਰ ਨਹੀਂ ਵੀ ਹੁੰਦਾ, ਕਿਉਂਕਿ ਇਸ ਤੋਂ ਪਹਿਲਾਂ ਮੰਗਾਂ ਅਜੇ ਵੀ ਪੈਂਡਿੰਗ ਨੇ, ਫਿਰ ਚਾਹੇ ਪਰਚਿਆਂ ਦੀ ਗੱਲ ਕਰ ਲਈਏ, ਲਖੀਮਪੁਰ ਖੀਰੀ ਦੇ ਦੋਸ਼ੀ ਨੇ ਉਹ ਵੀ ਘੁੰਮ ਰਹੇ ਨੇ ਖੁੱਲ੍ਹੇ, ਉਹ ਮੰਗਾਂ ਨਹੀਂ ਮੰਨੀਆਂ ਗਈਆਂ। ਤੁਸੀਂ ਅਗਲੀਆਂ ਮੰਗਾਂ ਮਨਾਉਣ ਦੇ ਲਈ ਮਾਰਚ ਕੱਢ ਰਹੇ ਹੋ। ਇਸ ਤੋਂ ਬਾਅਦ ਵੀ ਕੋਈ ਅਗਲਾ ਪ੍ਰੋਗਰਾਮ ਹੋਵੇਗਾ ਜੇਕਰ ਮਾਰਚ ਤੱਕ ਗੱਲ ਨਹੀਂ ਬਣਦੀ? ਪਹਿਲਾਂ ਲਿਖਤੀ ਦੇਣਾ ਪੈਂਦਾ। ਮਾਰਚ ਸਿਰਫ ਦਿਖਾਉਣ ਨੂੰ ਹੁੰਦਾ। ਇੱਕ ਤਾਂ ਵਰ੍ਹੇਗੰਢ ਸੀਗੀ ਤਾਂ ਅਸੀਂ ਕਿਹਾ ਉਸ ਦਿਨ ਯਾਦ ਕਰਾਈਏ ਇਹਨੂੰ, ਆ ਮੰਗੀਆਂ ਰਹਿੰਦੀਆਂ ਨੇ।
ਉਸ ਤੋਂ ਬਾਅਦ ਸਟ੍ਰੈਟਜੀ ਬਣਦੀ ਹੈ ਵੀ ਇਹਨੂੰ ਕਿਵੇਂ ਪੂਰੀਆਂ ਕੀਤੀਆਂ ਜਾ ਸਕਦੀਆਂ ਨੇ, ਸਟੇਟ ਵਾਈਜ਼ ਪੂਰੀਆਂ ਕਰਨੀਆਂ ਜਾਂ ਸੈਂਟਰਲ ਵਾਈਜ਼ ਪੂਰੀਆਂ ਕਰਨੀਆਂ। ਜਿਵੇਂ ਤੁਸੀਂ ਹੁਣ ਗੱਲ ਕੀਤੀ ਸੀ ਪੈਨਸ਼ਨ ਦੀ, ਵੀ ਕਿਸਾਨਾਂ ਨੂੰ 60 ਸਾਲ ਦੀ ਪੈਨਸ਼ਨ ਲੱਗੇ, ਅੱਜ ਦੀ ਮੰਗ ਨਹੀਂ ਹੈਗੀ, 1972 ਦੀ ਮੰਗ ਚੱਲਦੀ ਪਈ ਆ BKU ਸਾਡੇ ਵੱਲੋਂ, ਸਾਡੀ ਰਜਿਸਟਰਡ BKU ਕੋਲ 72 ਦੀ ਚੱਲਦੀ ਪਈ ਆ। ਉਹਦੇ ਪਾਈਪਲਾਈਨ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਉਹਦੇ ਵੱਲ ਸਰਕਾਰ ਤੁਰੀ ਵੀ ਆ। ਜੇ 2000 ਮਿਲੀ ਆ ਸਰਕਾਰ PM ਜਿਹੜੀ ਫਾਰਮਰਸ ਨੂੰ ਦੇ ਰਹੀ ਆ, ਤਾਂ ਉਸ ਵੱਲ ਤੁਰ ਪਈ ਆ ਸਰਕਾਰ ਨੂੰ ਸਮਝ ਆਉਣ ਲੱਗ ਗਈ ਵੀ ਕਿਸਾਨਾਂ ਨੂੰ ਕੁਛ ਨਾ ਕੁਛ ਦੇਣਾ ਪੈਣਾ। ਆਫਟਰ 6 ਮੰਥ ਤੋਂ 2000 ਦੇ ਰਹੇ ਨੇ, ਤਾਂ ਉਹਨੂੰ ਪੈਨਸ਼ਨ ਦੇ ਵਿੱਚ ਕਨਵਰਟ ਕਰਨਾ। 60 ਸਾਲ ਤੋਂ ਉੱਪਰ ਜਿਹੜਾ ਕਿਸਾਨ ਕੰਮ ਕਰ ਰਿਹਾ, ਜਦੋਂ ਉਹ ਫੂਡ ਬਾਊਲ ਦੇ ਵਿੱਚ ਆਪਣਾ ਹਿੱਸਾ ਪਾਉਂਦਾ ਰਿਹਾ, ਇਨਕਮ ਕਰਦਾ ਰਿਹਾ, ਪਰ ਫੂਡ ਬਾਊਲ ਦੇ ਵਿੱਚ ਹਿੱਸਾ ਪਾਉਂਦਾ ਰਿਹਾ ਸੈਂਟਰਲ ਦੇ ਫੂਡ ਬਾਊਲ 'ਚ ਹਿੱਸਾ ਪਾਊਗਾ, ਤਾਂ ਆਉਣ ਵਾਲੇ ਸਮੇਂ 'ਚ ਜੇ ਪੈਨਸ਼ਨ ਲੱਗੂਗੀ ਤਾਂ ਹੋਰ ਕਿਸਾਨ ਵੀ ਪਾਉਣਗੇ, ਤਾਂ ਉਹ ਵੱਧ ਚੜ੍ਹ ਕੇ ਕੰਮ ਕਰਨ ਦੀ ਕੋਸ਼ਿਸ਼ ਕਰਨਗੇ। ਉਹਨਾਂ ਵਾਸਤੇ ਇੱਕ ਪੈਨਸ਼ਨ ਸਕੀਮ ਬਣਨੀ ਕੋਈ ਵੱਡੀ ਗੱਲ ਨਹੀਂ ਹੈ, ਕੋਈ ਸਰਕਾਰਾਂ ਵਾਸਤੇ ਕੋਈ ਵੱਡੀ ਸਕੀਮ ਨਹੀਂ ਹੈ। ਬੜੀਆਂ ਸਕੀਮਾਂ ਸਰਕਾਰ ਦਿੰਦੀ ਹੈ, ਉਹਦੀ ਪਾਲਿਸੀ 'ਚ ਉਹ ਕੀਤਾ ਜਾ ਸਕਦਾ ਜੇ ਆਪਾਂ ਇਨਕਰੀਜ਼ਮੈਂਟ ਕਰਦੇ ਹਾਂ। ਜੇ ਤੁਸੀਂ ਕਹਿੰਦੇ ਹੋ ਵੀ ਜੇ ਅੱਜ ਅਸੀਂ ਕਰਜ਼ਾ ਮੁਕਤੀ ਕਹਿ ਰਹੇ ਹਾਂ, MSP ਕਹਿ ਰਹੇ ਹਾਂ, ਜਾਂ ਨਵੀਂ ਪੈਨਸ਼ਨ ਵਾਲੀ ਤੁਹਾਨੂੰ ਨਵੀਂ ਲੱਗ ਰਹੀ ਹੈ, ਤਾਂ ਇਹ ਸਾਰੀਆਂ ਉਹ ਇਕਨੋਮਿਕਲ ਗੱਲਾਂ ਨੇ, ਇਕਨੋਮੀ ਨਾਲ ਰਿਲੇਟਡ ਨੇ। ਜੇ ਤੁਸੀਂ ਡਿਵਰਸੀਫਿਕੇਸ਼ਨ ਕਰਕੇ ਇਹਨੂੰ ਕੈਪੇਬਲ ਹੀ ਕਰ ਦੋਗੇ ਕਿਸਾਨ ਨੂੰ, ਫਿਰ ਇਹ ਚੀਜ਼ਾਂ ਦੀ ਲੋੜ ਵੀ ਨਹੀਂ ਪੈਣੀ। ਸੋ ਇਹ ਸਨ ਹਰਮੀਤ ਕਾਦੀਆਂ ਜੀ, ਜਿਨ੍ਹਾਂ ਦੇ ਵੱਲੋਂ ਅੱਜ ਇੱਥੇ ਗੁਰਦੁਆਰਾ ਰਾਮ ਸਾਹਿਬ ਦੇ ਵਿੱਚ SKM ਦੇ ਬੈਨਰ ਦੇ ਹੇਠ ਇੱਕ ਮੀਟਿੰਗ ਸੱਦੀ ਗਈ ਸੀ। ਕਿਸਾਨ ਜਥੇਬੰਦੀਆਂ ਇੱਥੇ ਇਕੱਠੀਆਂ ਹੋਈਆਂ ਤੇ ਇੱਕ ਪ੍ਰੋਗਰਾਮ ਜਿਹੜਾ ਕੱਲ੍ਹ ਦਾ ਉਹ ਲਿਖਿਆ ਗਿਆ ਕਿ ਵਰ੍ਹੇਗੰਢ ਨੂੰ ਯਾਦ ਰੱਖਦੇ ਹੋਏ ਮਾਰਚ ਕੱਢਿਆ ਜਾਵੇਗਾ। ਅਤੇ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਕਿ ਜੇਕਰ ਸਾਡੀਆਂ ਮੰਗਾਂ ਫਿਰ ਵੀ ਨਾ ਮੰਨੀਆਂ ਗਈਆਂ ਤਾਂ ਉਸ ਤੋਂ ਬਾਅਦ ਅਗਲੀ ਰਣਨੀਤੀ ਵੀ ਜਲਦ ਉਲੀਕੀ ਜਾਵੇਗੀ। ਵੀਡੀਓ ਜਰਨਲਿਸਟ ਵਿਨੇ ਦੇ ਨਾਲ ਜਗਵਿੰਦਰ ਸਿੰਘ, ਨਿਊਜ਼ ਓਨਲੀ, ਮੋਹਾਲੀ।